ਹੈਲੋ ਸਟੂਡੈਂਟਸ, ਵੈਲਕਮ ਟੂ ਵਿਦਿਆ ਇੰਗਲਿਸ਼ ਕਲਾਸਿਸ। ਅੱਜ ਮੈਂ ਤੁਹਾਡੇ ਨਾਲ ਦਾ ਪੰਚ ਪਰਮੇਸ਼ਵਰ ਸਟੋਰੀ ਜੋ ਕਿ ਮੁਨਸ਼ੀ ਪਰਮਚੰਦ ਦੁਆਰਾ ਲਿਖੀ ਗਈ ਹੈ ਉਸ ਬਾਰੇ ਡਿਸਕਸ ਕਰਾਂਗੀ। ਇਸ ਸਟੋਰੀ ਵਿੱਚ ਦੋ ਮਿੱਤਰ ਹੁੰਦੇ ਹਨ, ਜੁਮਨ ਸ਼ੇਖ ਅਤੇ ਅਲਗੂ ਚੌਧਰੀ। ਜੁਮਨ ਸ਼ੇਖ ਅਤੇ ਅਲਗੂ ਚੌਧਰੀ ਬੜੇ ਚੰਗੇ ਮਿੱਤਰ ਸਨ। ਉਹ ਇੱਕ ਹੀ ਧਰਮ ਨਾਲ ਸੰਬੰਧ ਨਹੀਂ ਰੱਖਦੇ ਸਨ, ਪਰ ਉਹਨਾਂ ਦੇ ਵਿਚਾਰ ਇੱਕੋ ਜਿਹੇ ਸਨ। ਉਹ ਇੱਕ ਦੂਜੇ ਉੱਪਰ ਬਹੁਤ ਭਰੋਸਾ ਕਰਦੇ। ਜਦੋਂ ਜੁਮਨ ਮੱਕੇ ਜਾਂਦਾ ਤਾਂ ਉਹ ਆਪਣਾ ਘਰ ਅਲਗੂ ਦੀ ਦੇਖ ਵਿੱਚ ਛੱਡ ਜਾਂਦਾ, ਅਤੇ ਜਦੋਂ ਕਦੇ ਅਲਗੂ ਪਿੰਡ ਤੋਂ ਬਾਹਰ ਜਾਂਦਾ ਤਾਂ ਉਹ ਆਪਣਾ ਘਰ ਜੁਮਨ ਦੇ ਭਰੋਸੇ ਛੱਡ ਜਾਂਦਾ। ਜੁਮਨ ਦੀ ਇੱਕ ਬੁੱਢੀ ਚਾਚੀ ਸੀ, ਜਿਸ ਦਾ ਜੁਮਨ ਦੇ ਸਿਵਾਏ ਹੋਰ ਕੋਈ ਕਰੀਬੀ ਰਿਸ਼ਤੇਦਾਰ ਨਹੀਂ ਸੀ। ਉਸਦੇ ਕੋਲ ਛੋਟੀ ਜਿਹੀ ਜਾਇਦਾਦ ਸੀ। ਜੁਮਨ ਉਸ ਜਾਇਦਾਦ ਨੂੰ ਆਪਣੇ ਨਾਮ ਕਰਵਾਉਣਾ ਚਾਹੁੰਦਾ ਸੀ। ਉਸਨੇ ਉਸ ਬੁੱਢੀ ਔਰਤ ਨਾਲ ਬਹੁਤ ਸਾਰੇ ਝੂਠੇ ਵਾਅਦੇ ਕੀਤੇ। ਉਹ ਉਸਦੀ ਖੂਬ ਦੇਖਭਾਲ ਕਰਦਾ। ਉਹ ਉਸਨੂੰ ਚੰਗੇ ਚੰਗੇ ਖਾਣੇ ਅਤੇ ਕੱਪੜੇ ਲਿਆ ਕੇ ਦਿੰਦਾ, ਪਰੰਤੂ ਜਦੋਂ ਬੁੱਢੀ ਔਰਤ ਨੇ ਆਪਣੀ ਜਾਇਦਾਦ ਉਸਦੇ ਨਾਮ ਕਰ ਦਿੱਤੀ ਤਾਂ ਉਹ ਉਸਨੂੰ ਭਰ ਪੇਟ ਭੋਜਨ ਵੀ ਨਹੀਂ ਸੀ ਦਿੰਦਾ। ਉਹ ਉਸ ਪ੍ਰਤੀ ਬਿਲਕੁਲ ਬੇਪਰਵਾਹ ਹੋ ਗਿਆ। ਉਸਦੀ ਪਤਨੀ ਵਿਚਾਰੀ ਬੁੱਢੀ ਔਰਤ ਨਾਲ ਬੁਰਾ ਵਰਤਾਓ ਕਰਦੀ। ਉਹ ਉਸਨੂੰ ਖਰੀਆਂ ਖੋਟੀਆਂ ਸੁਣਾਉਂਦੀ ਰਹਿੰਦੀ। ਰੱਬ ਜਾਣੇ ਇਹ ਬੁੱਢੀ ਕਦੋਂ ਤੱਕ ਜਿਉਂਦੀ ਰਹੇਗੀ। ਵਿਚਾਰੀ ਬੁੱਢੀ ਔਰਤ ਨੂੰ ਹਰ ਰੋਜ਼ ਅਜਿਹੇ ਤਿੱਖੇ ਸ਼ਬਦ ਸੁਣਨੇ ਪੈਂਦੇ ਸਨ, ਪਰ ਆਖਿਰ ਕਦੋਂ ਤੱਕ? ਇੱਕ ਦਿਨ ਉਸਨੇ ਨਿਰਣਾ ਕਰ ਲਿਆ ਕਿ ਉਹ ਹੁਣ ਹੋਰ ਜ਼ਿਆਦਾ ਜੁਮਨ ਦੇ ਪਰਿਵਾਰ ਨਾਲ ਨਹੀਂ ਰਹੇਗੀ। ਉਸਨੇ ਜੁਮਨ ਨੂੰ ਕਿਹਾ, ਮੈਨੂੰ ਸਿਰਫ ਥੋੜ੍ਹੇ ਜਿਹੇ ਪੈਸੇ ਦੇ ਦਿਓ ਅਤੇ ਮੈਂ ਆਪਣੀਆਂ ਰੋਟੀਆਂ ਆਪ ਪਕਾਵਾਂਗੀ। ਇਸ ਲਈ ਜੁਮਨ ਨਿਰਾਸ਼ ਹੋ ਗਿਆ ਤੇ ਕਹਿਣ ਲੱਗਾ ਕਿ ਇੱਥੇ ਪੈਸੇ ਦਰਖਤਾਂ ਨੂੰ ਲੱਗਦੇ ਨੇ। ਬੁੱਢੀ ਔਰਤ ਬਹੁਤ ਦੁਖੀ ਹੋ ਗਈ। ਉਸਨੇ ਇਹ ਮਾਮਲਾ ਪੰਚਾਇਤ ਵਿੱਚ ਹੱਲ ਕਰਨ ਦਾ ਫੈਸਲਾ ਕੀਤਾ। ਉਸਨੇ ਆਪਣੀ ਖੁੰਡੀ ਚੁੱਕੀ ਅਤੇ ਪਿੰਡ ਦੇ ਘਰ ਘਰ ਗਈ, ਲੋਕਾਂ ਨੂੰ ਆਪਣਾ ਦੁੱਖੜਾ ਸੁਣਾਉਂਦੀ ਹੋਈ। ਅਖੀਰ ਵਿੱਚ ਉਹ ਅਲਗੂ ਦੇ ਕੋਲ ਗਈ ਅਤੇ ਉਸਨੂੰ ਬੇਨਤੀ ਕੀਤੀ ਕਿ ਉਹ ਉਸਦੀ ਖਾਤਰ ਪੰਚਾਇਤ ਵਿੱਚ ਜ਼ਰੂਰ ਆਵੇ। ਅਲਗੂ ਨੇ ਕਿਹਾ ਕਿ ਉਹ ਪੰਚਾਇਤ ਵਿੱਚ ਆਏਗਾ ਜ਼ਰੂਰ, ਪਰ ਪੰਚਾਇਤ ਦੇ ਦੌਰਾਨ ਬੋਲੇਗਾ ਕੁਝ ਨਹੀਂ। ਉਸਨੇ ਬੁੱਢੀ ਔਰਤ ਨੂੰ ਕਿਹਾ ਕਿ ਜੁਮਨ ਉਸਦਾ ਮਿੱਤਰ ਸੀ ਅਤੇ ਉਹ ਆਪਣੀ ਮਿੱਤਰਤਾ ਖਰਾਬ ਨਹੀਂ ਕਰਨਾ ਚਾਹੁੰਦਾ। ਬੁੱਢੀ ਔਰਤ ਨੇ ਅਲਗੂ ਨੂੰ ਪੁੱਛਿਆ ਕਿ ਕੀ ਤੂੰ ਮਿੱਤਰਤਾ ਖਰਾਬ ਕਰਨ ਦੇ ਡਰੋਂ ਇਨਸਾਫ ਤੋਂ ਮੂੰਹ ਮੋੜ ਲਵੇਂਗਾ। ਫਿਰ ਉਹ ਉੱਥੋਂ ਚਲੀ ਗਈ, ਪਰ ਉਸਦੇ ਸ਼ਬਦ ਅਲਗੂ ਦੇ ਮਨ ਵਿੱਚ ਗੂੰਜਦੇ ਰਹੇ। ਸ਼ਾਮ ਨੂੰ ਜਦੋਂ ਪੰਚਾਇਤ ਬੈਠੀ ਤਾਂ ਬੁੱਢੀ ਚਾਚੀ ਨੇ ਉਹਨਾਂ ਲੋਕਾਂ ਨੂੰ ਅਪੀਲ ਕੀਤੀ, ਪੰਚਾਇਤ ਦੇ ਮੈਂਬਰੋ, 3 ਸਾਲ ਪਹਿਲਾਂ ਮੈਂ ਆਪਣੀ ਜਾਇਦਾਦ ਆਪਣੇ ਭਤੀਜੇ ਦੇ ਨਾਮ ਲਿਖ ਦਿੱਤੀ ਸੀ। ਤੁਸੀਂ ਸਾਰੇ ਜਾਣਦੇ ਹੀ ਹੋ ਕਿ ਇਸ ਦੇ ਬਦਲੇ ਜੁਮਨ ਮੈਨੂੰ ਭੋਜਨ ਅਤੇ ਕੱਪੜੇ ਦੇਣ ਲਈ ਰਾਜੀ ਹੋਇਆ ਸੀ। ਉਸਨੇ ਪੰਚਾਇਤ ਨੂੰ ਦੱਸਿਆ ਕਿ ਜੁਮਨ ਨੇ ਆਪਣਾ ਵਾਅਦਾ ਨਹੀਂ ਨਿਭਾਇਆ। ਉਸਨੇ ਅਤੇ ਉਸਦੀ ਪਤਨੀ ਨੇ ਉਸਦੇ ਨਾਲ ਮਾੜਾ ਵਰਤਾਓ ਕੀਤਾ ਸੀ। ਉਹ ਉਸਨੂੰ ਢਿੱਡ ਭਰ ਕੇ ਭੋਜਨ ਅਤੇ ਲੋੜੀਂਦੇ ਕੱਪੜੇ ਨਹੀਂ ਦਿੰਦੇ। ਮੈਂ ਇੱਕ ਬੇਸਹਾਰਾ ਵਿਧਵਾ ਹਾਂ। ਤੁਹਾਡੇ ਸਾਰਿਆਂ ਤੋਂ ਇਲਾਵਾ ਮੇਰੀ ਤਕਲੀਫ ਹੋਰ ਕੌਣ ਸੁਣੇਗਾ। ਉਹ ਪੰਚਾਇਤ ਦੇ ਮੈਂਬਰਾਂ ਨੂੰ ਬੋਲੀ। ਉਸਨੇ ਉਹਨਾਂ ਨੂੰ ਗੁਜ਼ਾਰਿਸ਼ ਕੀਤੀ ਕਿ ਉਹ ਉਸਦੇ ਨਾਲ ਇਨਸਾਫ ਕਰਨ। ਰਾਮਧਨ ਮਿਸ਼ਰਾ, ਜੋ ਕਿ ਇੱਕ ਪੰਚ ਸੀ, ਨੇ ਜੁਮਨ ਨੂੰ ਕਿਹਾ, ਜਾਂ ਤਾਂ ਉਹ ਆਪਣੀ ਚਾਚੀ ਦੇ ਨਾਲ ਆਪਣਾ ਮਸਲਾ ਨਿਬੇੜ ਲਵੇ ਜਾਂ ਫਿਰ ਆਪਣੇ ਪ੍ਰਧਾਨ ਪੰਚ ਦਾ ਨਾਮ ਸੁਝਾਏ। ਜੁਮਨ ਨੇ ਇਸ ਗੱਲ ਵੱਲ ਧਿਆਨ ਦਿੱਤਾ ਕਿ ਪੰਚਾਇਤ ਵਿੱਚ ਹਾਜ਼ਰ ਜ਼ਿਆਦਾਤਰ ਲੋਕ ਕਿਸੇ ਨਾ ਕਿਸੇ ਢੰਗ ਨਾਲ ਉਹਦੇ ਅਹਿਸਾਨਮੰਦ ਸਨ। ਉਸਨੂੰ ਭਰੋਸਾ ਸੀ ਕਿ ਇਸ ਮਾਮਲੇ ਵਿੱਚ ਉਸਦੀ ਹੀ ਜਿੱਤ ਹੋਵੇਗੀ। ਇਸ ਲਈ ਉਸਨੇ ਕਿਹਾ, ਮੇਰੀ ਚਾਚੀ ਪ੍ਰਧਾਨ ਪੰਚ ਦੀ ਚੋਣ ਕਰੇਗੀ। ਬੁੱਢੀ ਔਰਤ ਨੇ ਪ੍ਰਧਾਨ ਪੰਚ ਲਈ ਅਲਗੂ ਦਾ ਨਾਂ ਪੇਸ਼ ਕੀਤਾ, ਪਰੰਤੂ ਅਲਗੂ ਉਹਨਾਂ ਦੇ ਝਗੜੇ ਵਿੱਚ ਨਹੀਂ ਪੈਣਾ ਚਾਹੁੰਦਾ ਸੀ। ਉਸਨੇ ਪਿੱਛੇ ਹਟਣ ਦੀ ਕੋਸ਼ਿਸ਼ ਕੀਤੀ। ਬੁੱਢੀ ਔਰਤ ਨੇ ਕਿਹਾ, ਕੋਈ ਵੀ ਮਿੱਤਰਤਾ ਦੀ ਖਾਤਰ ਇਨਸਾਫ ਤੋਂ ਆਪਣਾ ਮੂੰਹ ਨਹੀਂ ਮੋੜ ਲੈਂਦਾ। ਇੱਕ ਪੰਚ ਨੇ ਦਿਲ ਵਿੱਚ ਪਰਮੇਸ਼ਵਰ ਦਾ ਵਾਸ ਹੁੰਦਾ ਹੈ। ਉਹ ਪਰਮੇਸ਼ਵਰ ਦੀ ਆਵਾਜ਼ ਵਿੱਚ ਬੋਲਦੇ ਹਨ। ਜਦੋਂ ਅਲਗੂ ਦੀ ਨਾਮਜ਼ਦਗੀ ਪ੍ਰਵਾਨ ਕਰ ਲਈ ਤਾਂ ਉਸਨੇ ਕਿਹਾ, ਜੁਮਨ, ਤੂੰ ਅਤੇ ਮੈਂ ਪੁਰਾਣੇ ਯਾਰ ਹਾਂ, ਪਰ ਇਸ ਘੜੀ ਤੂੰ ਅਤੇ ਤੇਰੀਆਂ ਚਾਚੀ ਮੇਰੀਆਂ ਨਜ਼ਰਾਂ ਵਿੱਚ ਬਰਾਬਰ ਹੋ। ਫਿਰ ਉਸਨੇ ਜੁਮਨ ਨੂੰ ਕਿਹਾ ਕਿ ਉਹ ਪੰਚਾਇਤ ਦੇ ਸਾਹਮਣੇ ਆਪਣੀ ਗੱਲ ਰੱਖੇ। ਜੁਮਨ ਨੇ ਸੋਚਿਆ ਕਿ ਸ਼ਾਇਦ ਅਲਗੂ ਲੋਕਾਂ ਦੇ ਸਾਹਮਣੇ ਆਪਣੀ ਛਾਪ ਛੱਡਣ ਲਈ ਅਜਿਹਾ ਕਰ ਰਿਹਾ ਹੈ। ਇਸ ਲਈ ਉਹ ਬੜਾ ਸ਼ਾਂਤੀਪੂਰਵਕ ਬੋਲਿਆ। ਉਸਨੇ ਕਿਹਾ ਕਿ 3 ਸਾਲ ਪਹਿਲਾਂ ਉਸਦੀ ਚਾਚੀ ਨੇ ਆਪਣੀ ਜਾਇਦਾਦ ਉਸਦੇ ਨਾਮ ਕਰ ਦਿੱਤੀ ਸੀ। ਇਸ ਦੇ ਬਦਲੇ ਉਹ ਉਸਦੀ ਦੇਖਭਾਲ ਕਰਨ ਵਾਸਤੇ ਰਾਜੀ ਹੋ ਗਿਆ ਸੀ ਅਤੇ ਉਦੋਂ ਤੋਂ ਉਸਨੇ ਉਸਨੂੰ ਕੋਈ ਤਕਲੀਫ ਨਹੀਂ ਪਹੁੰਚਾਈ। ਉਸਨੇ ਕਿਹਾ, ਹੁਣ ਮੇਰੀ ਚਾਚੀ ਮੇਰੇ ਕੋਲੋਂ ਵੱਖਰਾ ਮਾਸਿਕ ਭੱਤਾ ਚਾਹੁੰਦੀ ਹੈ। ਉਸਦੀ ਜਾਇਦਾਦ ਤੋਂ ਇੰਨੀ ਆਮਦਨ ਨਹੀਂ ਹੁੰਦੀ ਕਿ ਉਸਨੂੰ ਮਾਸਿਕ ਭੱਤਾ ਦਿੱਤਾ ਜਾ ਸਕੇ। ਇਸ ਦੇ ਇਲਾਵਾ ਸਾਡੇ ਇਕਰਾਰਨਾਮੇ ਵਿੱਚ ਕਿਸੇ ਮਾਸਿਕ ਭੱਤੇ ਦਾ ਜ਼ਿਕਰ ਨਹੀਂ ਹੈ।
ਉਸਨੇ ਅੱਗੇ ਕਿਹਾ ਕਿ ਪੰਚਾਇਤ ਜੋ ਵੀ ਫੈਸਲਾ ਕਰੇਗੀ ਉਸਨੂੰ ਮਨਜ਼ੂਰ ਹੋਵੇਗਾ। ਅਲਗੂ ਨੇ ਅਕਸਰ ਕੋਰਟ ਕਚਹਿਰੀਆਂ ਵਿੱਚ ਆਉਂਦਾ ਜਾਂਦਾ ਰਹਿੰਦਾ ਸੀ। ਉਸਨੂੰ ਕਾਨੂੰਨ ਬਾਰੇ ਚੰਗੀ ਜਾਣਕਾਰੀ ਸੀ। ਉਸਨੇ ਜੁੰਮਨ ਤੋਂ ਪ੍ਰਸ਼ਨ ਪੁੱਛਣੇ ਸ਼ੁਰੂ ਕੀਤੇ। ਜੁੰਮਨ ਨੂੰ ਹੈਰਾਨੀ ਹੋਈ ਕਿ ਅਲਗੂ ਨੂੰ ਅਖੀਰ ਹੋ ਕੀ ਗਿਆ ਸੀ। ਉਹ ਦੰਗ ਰਹਿ ਗਿਆ ਜਦੋਂ ਅਲਗੂ ਨੇ ਫੈਸਲੇ ਦੀ ਘੋਸ਼ਣਾ ਕੀਤੀ। ਜੁੰਮਨ ਸ਼ੇਖ, ਪੰਚਾਂ ਨੇ ਫੈਸਲਾ ਕੀਤਾ ਹੈ ਕਿ ਚਾਚੀ ਨੂੰ ਮਾਸਿਕ ਭੱਤਾ ਦਿਆ ਜਾਏ ਕਿਉਂਕਿ ਉਸਦੀ ਜਾਇਦਾਦ ਤੋਂ ਕਾਫੀ ਆਮਦਨੀ ਹੁੰਦੀ ਹੈ। ਜੇਕਰ ਤੂੰ ਅਜਿਹਾ ਕਰਨ ਦਾ ਚਾਹਵਾਨ ਨਹੀਂ ਹੈ ਤਾਂ ਇਕਰਾਰਨਾਮਾ ਰੱਦ ਕੀਤਾ ਜਾਣਾ ਚਾਹੀਦਾ ਹੈ, ਅਲਗੂ ਨੇ ਕਿਹਾ। ਜੁੰਮਨ ਕਦੇ ਇਹ ਕਲਪਨਾ ਵੀ ਨਹੀਂ ਸੀ ਕਰ ਸਕਦਾ ਕਿ ਉਸਦਾ ਪਿਆਰਾ ਮਿੱਤਰ ਉਸਦੇ ਖਿਲਾਫ ਹੋ ਜਾਵੇਗਾ, ਪਰੰਤੂ ਰਾਮਧਨ ਮਿਸ਼ਰਾ ਅਤੇ ਪੰਚਾਇਤ ਦੇ ਹੋਰਨਾਂ ਮੈਂਬਰਾਂ ਨੇ ਇਸ ਨਿਆਂਪੂਰਨ ਫੈਸਲੇ ਦੇ ਲਈ ਉਸਦੀ ਖੁੱਲ੍ਹ ਕੇ ਤਾਰੀਫ ਕੀਤੀ। ਇਸ ਫੈਸਲੇ ਨੇ ਅਲਗੂ ਅਤੇ ਜੁੰਮਨ ਵਿਚਲੀ ਮਿੱਤਰਤਾ ਦਾ ਖਾਤਮਾ ਕਰ ਦਿੱਤਾ। ਜੁੰਮਨ ਹਰ ਵੇਲੇ ਅਲਗੂ ਦੁਆਰਾ ਦਿੱਤੇ ਗਏ ਧੋਖੇ ਬਾਰੇ ਸੋਚਦਾ ਰਹਿੰਦਾ। ਉਹ ਹੁਣ ਸਿਰਫ ਬਦਲਾ ਲੈਣ ਲਈ ਹੀ ਜੀ ਰਿਹਾ ਸੀ। ਪਿਛਲੇ ਸਾਲ ਅਲਗੂ ਨੇ ਬਟੇਸਰ ਤੋਂ ਇੱਕ ਸੁੰਦਰ, ਲੰਬੇ ਸਿੰਗਾਂ ਵਾਲੀ ਬਲਦਾਂ ਦੀ ਜੋੜੀ ਖਰੀਦੀ ਸੀ। ਮੰਦੇ ਭਾਗੀ ਪੰਚਾਇਤ ਦੇ ਫੈਸਲੇ ਦੇ 1 ਮਹੀਨਾ ਬਾਅਦ ਹੀ ਉਹਨਾਂ ਵਿੱਚੋਂ ਇੱਕ ਬਲਦ ਦੀ ਮੌਤ ਹੋ ਗਈ। ਜੁੰਮਨ ਬੜਾ ਖੁਸ਼ ਹੋਇਆ ਅਤੇ ਉਸਨੇ ਇਸਦੇ ਬਾਰੇ ਸੁਣ ਕੇ ਖੁਸ਼ ਹੋਇਆ। ਇਹ ਹੁੰਦਾ ਗਦਾਰੀ ਦਾ ਨਤੀਜਾ, ਉਸਨੇ ਆਪਣੇ ਦੋਸਤਾਂ ਨੂੰ ਕਿਹਾ। ਕਿਉਂਕਿ ਇਕੱਲਾ ਬਲਦ ਇੱਕ ਕਿਸਾਨ ਦੇ ਕਿਸੇ ਕੰਮ ਦਾ ਨਹੀਂ ਹੁੰਦਾ, ਇਸ ਲਈ ਅਲਗੂ ਨੇ ਦੂਜਾ ਬਲਦ ਵੇਚ ਦੇਣ ਦਾ ਫੈਸਲਾ ਕੀਤਾ। ਉਸਨੇ ਇਸਨੂੰ ਸਮਝੂ ਸ਼ਾਹੂ ਨੂੰ ਵੇਚ ਦਿੱਤਾ। ਪਿੰਡ ਦਾ ਇੱਕ ਹੀ ਵਪਾਰੀ ਸੀ। ਸਮਝੂ ਨੇ ਬਲਦ ਇਸ ਸ਼ਰਤ ਉੱਪਰ ਖਰੀਦਿਆ ਕਿ ਉਹ ਇਸਦੇ ਪੈਸੇ 1 ਮਹੀਨੇ ਬਾਅਦ ਦੇਵੇਗਾ। ਕਿਉਂਕਿ ਅਲਗੂ ਵੀ ਬਲਦ ਤੋਂ ਪਿੱਛਾ ਛੁਡਾਉਣਾ ਚਾਹੁੰਦਾ ਸੀ, ਇਸ ਲਈ ਉਹ ਇਸਦੇ ਲਈ ਰਾਜ਼ੀ ਹੋ ਗਿਆ। ਸਮਝੂ ਅਤੇ ਛਕੜੇ ਤੇ ਬਾਜ਼ਾਰ ਦਾ ਇੱਕ ਚੱਕਰ ਲਗਾਇਆ ਕਰਦਾ ਸੀ। ਉਹ ਗੁੜ ਅਤੇ ਘਿਓ ਬਾਜ਼ਾਰ ਲੈ ਜਾਂਦਾ ਅਤੇ ਨਮਕ ਅਤੇ ਤੇਲ ਲੈ ਕੇ ਵਾਪਸ ਆ ਜਾਂਦਾ, ਜੋ ਕਿ ਉਹ ਪਿੰਡ ਦੇ ਲੋਕਾਂ ਨੂੰ ਵੇਚਦਾ ਹੁੰਦਾ ਸੀ। ਨਵੇਂ ਬਲਦ ਦੇ ਆਉਣ ਨਾਲ ਹੁਣ ਇੱਕ ਦੀ ਬਜਾਏ ਬਾਜ਼ਾਰ ਦੇ 3-4 ਚੱਕਰ ਲਗਾਉਣ ਲੱਗ ਪਿਆ। ਸਮਝੂ ਜਾਨਵਰ ਦਾ ਖਿਆਲ ਰੱਖਣ ਦੇ ਪ੍ਰਤੀ ਬਹੁਤ ਹੀ ਲਾਪਰਵਾਹ ਸੀ। ਨਾ ਹੀ ਉਹ ਉਸਦੇ ਭੋਜਨ ਪਾਣੀ ਦਾ ਖਿਆਲ ਰੱਖਦਾ ਸੀ ਅਤੇ ਨਾ ਹੀ ਉਹ ਉਸਨੂੰ ਉਚਿਤ ਵਿਸ਼ਰਾਮ ਦਿੰਦਾ ਸੀ। ਅਲਗੂ ਦੇ ਘਰ ਵਿੱਚ ਬਲਦ ਦੀ ਬੜੇ ਚੰਗੇ ਤਰੀਕੇ ਨਾਲ ਦੇਖਭਾਲ ਕੀਤੀ ਜਾਂਦੀ ਸੀ, ਪਰੰਤੂ ਇੱਥੇ ਬੇਜਵਾਨ ਜਾਨਵਰ ਨੂੰ ਬੜੇ ਅਤਿਆਚਾਰ ਵਾਲੀ ਜ਼ਿੰਦਗੀ ਗੁਜ਼ਾਰਨੀ ਪੈ ਰਹੀ ਸੀ। ਉਹ ਇੰਨਾ ਕਮਜ਼ੋਰ ਹੋ ਗਿਆ ਕਿ ਉਸਦੀਆਂ ਹੱਡੀਆਂ ਦਿਸਣ ਲੱਗ ਪਈਆਂ। ਇੱਕ ਦਿਨ ਬਾਜ਼ਾਰ ਦਾ ਚੌਥਾ ਚੱਕਰ ਲਗਾਉਣ ਸਮੇਂ ਸਮਝੂ ਨੇ ਛਕੜੇ ਵਿੱਚ ਇਸਦੀ ਸਮਰੱਥਾ ਤੋਂ ਜ਼ਿਆਦਾ ਭਾਰ ਲੱਦ ਲਿਆ। ਵਿਚਾਰਾ ਜਾਨਵਰ ਸਾਰੇ ਦਿਨ ਤੋਂ ਬਾਅਦ ਬਹੁਤ ਜ਼ਿਆਦਾ ਥੱਕਿਆ ਹੋਇਆ ਸੀ। ਉਹ ਮੁਸ਼ਕਿਲ ਨਾਲ ਹੀ ਪੈਰ ਚੁੱਕ ਪਾ ਰਿਹਾ ਸੀ। ਸਮਝੂ ਨੇ ਚਾਬੁਕ ਨਾਲ ਉਸਦੀ ਧਲਾਈ ਕਰ ਦਿੱਤੀ ਅਤੇ ਉਹ ਦੌੜਨ ਲੱਗ ਪਿਆ, ਪਰੰਤੂ ਕੁਝ ਗਜ਼ ਦੀ ਦੂਰੀ ਤੱਕ ਜਾਣ ਤੋਂ ਬਾਅਦ ਉਸਦੀ ਸ਼ਕਤੀ ਜਵਾਬ ਦੇ ਗਈ ਅਤੇ ਉਹ ਧੜਮ ਕਰਕੇ ਜ਼ਮੀਨ 'ਤੇ ਡਿੱਗ ਪਿਆ। ਸਮਝੂ ਨੇ ਮਰੇ ਜਾਨਵਰ ਨੂੰ ਚਾਬੁਕ ਮਾਰਦਿਆਂ ਕਿਹਾ, ਜੇਕਰ ਤੂੰ ਮਰਨਾ ਹੀ ਸੀ ਤਾਂ ਤੂੰ ਘਰ ਪਹੁੰਚਣ ਤੱਕ ਇੰਤਜ਼ਾਰ ਕਿਉਂ ਨਾ ਕੀਤਾ। ਛਕੜੇ ਵਿੱਚ ਕਈ ਟੀਨ ਤੇਲ ਅਤੇ ਨਮਕ ਦੇ ਬੋਰੇ ਲੱਦੇ ਹੋਏ ਸਨ। ਉਹਨਾਂ ਨੂੰ ਬਗੈਰ ਕਿਸੇ ਨਿਗਰਾਨੀ ਦੇ ਇੰਝ ਹੀ ਛੱਡ ਕੇ ਜਾਇਆ ਨਹੀਂ ਜਾ ਸਕਦਾ ਸੀ, ਇਸ ਲਈ ਸਮਝੂ ਨੇ ਛਕੜੇ ਉੱਪਰ ਹੀ ਰਾਤ ਗੁਜ਼ਾਰਨ ਦਾ ਫੈਸਲਾ ਕੀਤਾ। ਜਦੋਂ ਉਹ ਸਵੇਰੇ ਜਾਗਿਆ ਤਾਂ ਤੇਲ ਦੇ ਬਹੁਤ ਸਾਰੇ ਟੀਨਾਂ ਦੇ ਨਾਲ-ਨਾਲ ਉਸਦੇ ਪੈਸੇ ਵੀ ਗਾਇਬ ਹੋ ਚੁੱਕੇ ਸਨ। ਉਸਨੇ ਦੁੱਖ ਦੇ ਮਾਰੇ ਆਪਣਾ ਸਿਰ ਪਿੱਟ ਲਿਆ ਅਤੇ ਰੋਣ ਲੱਗਾ। ਉਸਨੇ ਆਪਣੇ ਇਸ ਨੁਕਸਾਨ ਲਈ ਬਲਦ ਨੂੰ ਗਾਲਾਂ ਕੱਢੀਆਂ। ਕਈ ਮਹੀਨੇ ਬੀਤ ਗਏ ਪਰ ਸਮਝੂ ਨੇ ਅਲਗੂ ਨੂੰ ਉਸਦੇ ਬਲਦ ਦੇ ਪੈਸੇ ਨਾ ਦਿੱਤੇ। ਸਮਝੂ ਦੇ ਅਨੁਸਾਰ ਅਲਗੂ ਨੇ ਉਸਦੇ ਨਾਲ ਧੋਖਾ ਕੀਤਾ ਸੀ। ਉਸਨੇ ਉਸਨੂੰ ਇੱਕ ਬਿਮਾਰ ਬਲਦ ਵੇਚਿਆ ਸੀ, ਇਸ ਲਈ ਉਸਨੇ ਕੋਈ ਵੀ ਪੈਸਾ ਦੇਣ ਤੋਂ ਮਨ੍ਹਾ ਕਰ ਦਿੱਤਾ। ਅਲਗੂ ਦੇ ਮਾਮਲੇ ਦਾ ਨਿਪਟਾਰਾ ਕਰਨ ਲਈ ਪੰਚਾਇਤ ਦੇ ਕੋਲ ਜਾਣ ਦਾ ਫੈਸਲਾ ਕੀਤਾ। ਪੰਚਾਇਤ ਬੈਠ ਗਈ। ਰਾਮਧਨ ਮਿਸ਼ਰਾ ਨੇ ਉਸਨੂੰ ਆਪਣੇ ਪ੍ਰਧਾਨ ਦਾ ਨਾਮ ਸੁਝਾਉਣ ਵਾਸਤੇ ਕਿਹਾ, ਪਰੰਤੂ ਅਲਗੂ ਨੇ ਬੜੀ ਨਿਮਰਤਾ ਨਾਲ ਕਿਹਾ, ਸਮਝੂ ਪ੍ਰਧਾਨ ਪੰਚ ਦੀ ਚੋਣ ਕਰੇਗਾ। ਸਮਝੂ ਨੇ ਜਾਣ ਬੁੱਝ ਕੇ ਜੁੰਮਨ ਸ਼ੇਖ ਦਾ ਨਾਮ ਸੁਝਾਇਆ। ਇਹ ਸੁਣ ਕੇ ਅਲਗੂ ਦਾ ਦਿਲ ਜ਼ੋਰ-ਜ਼ੋਰ ਦੀ ਧੜਕਣ ਲੱਗਾ। ਉਸਨੂੰ ਡਰ ਸੀ ਕਿ ਜੁੰਮਨ ਉਸਦੇ ਕੋਲੋਂ ਆਪਣਾ ਬਦਲਾ ਲਵੇਗਾ। ਜਿਵੇਂ ਹੀ ਜੁੰਮਨ ਨੂੰ ਸਰਪੰਚ ਨਿਯੁਕਤ ਕੀਤਾ ਗਿਆ, ਉਸਦੀ ਜ਼ਿੰਮੇਵਾਰੀ ਦੀ ਇੱਕ ਭਾਵਨਾ ਦਾ ਅਹਿਸਾਸ ਹੋਇਆ। ਉਸਨੂੰ ਮਹਿਸੂਸ ਹੋਇਆ ਕਿ ਉਹ ਧਰਮ ਦੇ ਸਿੰਘਾਸਣ 'ਤੇ ਵਿਰਾਜਮਾਨ ਸੀ। ਉਸਦੇ ਮੁਖ ਤੋਂ ਨਿਕਲੇ ਸ਼ਬਦ ਈਸ਼ਵਰ ਦੇ ਸ਼ਬਦ ਸਮਝੇ ਜਾਣਗੇ, ਇਸ ਲਈ ਉਸਨੇ ਫੈਸਲਾ ਕੀਤਾ ਕਿ ਉਹ ਸੱਚਾਈ ਦੇ ਰਸਤੇ ਤੋਂ 1 ਇੰਚ ਵੀ ਨਹੀਂ ਪਰ੍ਹੇ ਜਾਵੇਗਾ। ਪੰਚਾਂ ਨੇ ਦੋਹਾਂ ਧਿਰਾਂ ਤੋਂ ਸਵਾਲ ਪੁੱਛੇ। ਲੰਬੇ ਵਿਚਾਰ ਵਿਮਰਸ਼ ਦੇ ਬਾਅਦ ਜੁੰਮਨ ਨੇ ਫੈਸਲੇ ਦੀ ਘੋਸ਼ਣਾ ਕੀਤੀ।
ਉਸਨੇ ਕਿਹਾ ਕਿ ਸਮਝੂ ਸ਼ਾਹੂ ਨੂੰ ਬੈਲ ਦੇ ਪੂਰੇ ਪੈਸੇ ਦੇਣੇ ਪੈਣਗੇ ਕਿਉਂਕਿ ਬੈਲ ਤੰਦਰੁਸਤ ਸੀ ਜਦ ਉਸਨੇ ਇਸ ਨੂੰ ਖਰੀਦਿਆ ਸੀ। ਬੈਲ ਇਸ ਲਈ ਮਰ ਗਿਆ ਕਿਉਂਕਿ ਉਸ ਤੋਂ ਬਹੁਤ ਜ਼ਿਆਦਾ ਸਖਤ ਕੰਮ ਲਿਆ ਗਿਆ ਅਤੇ ਉਸ ਨੂੰ ਚੰਗੀ ਤਰ੍ਹਾਂ ਭੋਜਨ ਵੀ ਨਹੀਂ ਦਿੱਤਾ ਗਿਆ। ਉਸ ਦੀ ਉਚਿਤ ਤਰੀਕੇ ਨਾਲ ਦੇਖਭਾਲ ਨਹੀਂ ਕੀਤੀ ਗਈ। ਜੁੰਮਨ ਨੇ ਕਿਹਾ। ਅਲਗੂ ਖੁਸ਼ੀ ਦੇ ਮਾਰੇ ਚਿल्ला ਪਿਆ, ਈਸ਼ਵਰ ਸਰਪੰਚ ਨੂੰ ਸੁਖੀ ਰੱਖੇ। ਹਰ ਕਿਸੇ ਨੇ ਫੈਸਲੇ ਦੀ ਪ੍ਰਸ਼ੰਸਾ ਕੀਤੀ। ਇੱਕ ਪੰਚ ਦੇ ਦਿਲ ਵਿੱਚ ਰੱਬ ਵਸਦਾ ਹੈ। ਫਿਰ ਜੁੰਮਨ ਅਲਗੂ ਦੇ ਕੋਲ ਆਇਆ ਅਤੇ ਉਸਦੇ ਗਲੇ ਲੱਗ ਕੇ ਕਹਿਣ ਲੱਗਾ, ਮੇਰੇ ਭਰਾ, ਜਦ ਤੂੰ ਮੇਰੇ ਖਿਲਾਫ ਫੈਸਲਾ ਕੀਤਾ ਸੀ ਮੈਂ ਤੇਰਾ ਦੁਸ਼ਮਣ ਬਣ ਗਿਆ ਸੀ, ਪਰੰਤੂ ਅੱਜ ਮੈਨੂੰ ਪਤਾ ਲੱਗਾ ਕਿ ਇੱਕ ਪੰਚ ਨਾ ਤਾਂ ਕਿਸੇ ਦਾ ਮਿੱਤਰ ਹੁੰਦਾ ਹੈ ਅਤੇ ਨਾ ਹੀ ਕਿਸੇ ਦਾ ਦੁਸ਼ਮਣ ਹੁੰਦਾ ਹੈ। ਉਸ ਨੂੰ ਨਿਆਂ ਤੋਂ ਇਲਾਵਾ ਕੁਝ ਦਿਖਾਈ ਨਹੀਂ ਦਿੰਦਾ। ਅੱਜ ਮੈਨੂੰ ਯਕੀਨ ਹੋ ਗਿਆ ਹੈ ਕਿ ਇੱਕ ਪੰਚ ਦੀ ਜ਼ੁਬਾਨ ਵਿੱਚ ਈਸ਼ਵਰ ਬੋਲਦਾ ਹੈ ਅਤੇ ਉਹਨਾਂ ਦੇ ਹੰਝੂਆਂ ਵਿੱਚ ਸਾਰੀਆਂ ਗਲਤ ਫਹਿਮੀਆਂ ਧੁੱਲ ਗਈਆਂ। ਥੈਂਕ ਯੂ।